ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਨੌਵੇਂ ਕੇ ਸ਼ਲੋਕ 27ਵਾਂ। ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ, ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨਖ ਦੇ। ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ, ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨਕ ਦੇ। ਸਤਿਗੁਰ ਸਮਝਾਉਂਦੇ ਆ, ਹੇ ਜੀਵ, ਜੇ ਤੂੰ ਸੁੱਖਾਂ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ, ਦੁੱਖ ਸਾਗਰ ਚੋਂ ਛੁਟਕਾਰਾ ਚਾਹੁੰਦਾ ਵਾ, ਫਿਰ ਤੈਨੂੰ ਰਾਮ ਦੀ ਸ਼ਰਨ ਜਾਣਾ ਪਊਗਾ। ਸ਼ਰਨ ਤੋਂ ਭਾਵ ਨੀਵਾਂ ਹੋਣਾ। ਆਪਾਂ ਜਦੋਂ ਕਿਸੇ ਦੀ ਸ਼ਰਨ ਜਾਂਦੇ ਹਾਂ, ਕੋਈ ਚੀਜ਼ ਸੰਸਾਰੀ ਭਾਵ ਆਪਾਂ ਲੈ ਲਈਏ, ਕੋਈ ਸਾਨੂੰ ਲੋੜ ਪਏਗੀ ਤਾਂ ਨੀਵਾਂ ਹੋ ਕੇ ਜਾਂਦਾ ਹੈ ਬੰਦਾ। ਸਤਿਗੁਰੂ ਸਮਝਾਉਂਦੇ ਨੇ, ਭਾਈ ਤੂੰ ਹੁਣੇ ਨੀਵਾਂ ਹੋ ਕੇ ਉਹ ਰਾਮ ਦੀ ਸ਼ਰਨ ਚੱਲਿਆ ਜਾ, ਦੁੱਖ ਸਾਗਰ ਚੋਂ ਛੁਟਕਾਰਾ ਤੇਰਾ ਹੋ ਜੀ, ਸੁੱਖ ਸਾਗਰ ਚੱਲਿਆ ਜਾ। ਉਹੀ ਤਾਂ ਦੇਵਲੋਕ ਹੈ, ਦੇਵਲੋਕ ਪਹੁੰਚਣਾ ਸੀ। ਉਹੀ ਤਾਂ ਹਰਦੁਆਰ ਹੈ, ਉਹੀ ਤਾਂ ਗੁਰੂਦੁਆਰ ਹੈ, ਉਹੀ ਤਾਂ ਹਰਮੰਦਰ ਹੈ। ਮਨ ਮਹਿ ਆਪ ਸਾਡੇ ਅੰਦਰ ਹੀ ਹੈ, ਪਰ ਅਸੀਂ ਅੰਤਰਮੁਖੀ ਦੁਨੀਆ ਨੂੰ ਕਿਵੇਂ ਸਮਝਾਂਗੇ। ਬਾਣੀ ਸਾਨੂੰ ਧਰੀਵ ਦੁਨੀਆ ਦਾ ਗਿਆਨ ਕਰਾਉਂਦੀ ਹੈ, ਨਿਰਾਕਾਰ ਦੁਨੀਆ ਦਾ ਗਿਆਨ ਕਰਾਉਂਦੀ ਹੈ। ਨਿਰਾਕਾਰ ਤੋਂ ਭਾਵ ਆਕਾਰ ਤੋਂ ਰਹਿਤ। ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ ਅਸੀਂ ਗੁਰਬਾਣੀ ਨੂੰ ਸਮਝ ਲਾਂਗੇ। ਗੁਰਬਾਣੀ ਰਾਹੀਂ ਅਸੀਂ ਇਹ ਗਿਆਨ ਪ੍ਰਾਪਤ ਕਰਨਾ ਹੈ, ਗੁਰਸ਼ਬਦ ਨੂੰ ਵਿਚਾਰਨਾ ਹੈ। ਸਭ ਤੋਂ ਵੱਡੀ ਸੇਵਾ ਹੈ ਗੁਰਬਾਣੀ ਵਿੱਚ, ਸਤਿਗੁਰਾਂ ਨੇ ਆਪਾਂ ਨੂੰ ਲਾਈ ਹੈ। ਗੁਰਸੇਵਾ ਸ਼ਬਦ ਵਿਚਾਰ, ਸ਼ਬਦ ਵਿਚਾਰ 'ਚੋਂ ਸਾਨੂੰ ਗਿਆਨ ਪੈਦਾ ਹੁੰਦਾ ਹੈ। ਉਹ ਗਿਆਨ ਨਾਲ ਜਿਹੜੀ ਸਾਡੀ ਆਤਮਾ ਮਨ ਬੁੱਧੀ ਜਾਗ ਜਾਂਦੇ ਨੇ। ਹੁਣ ਇਹ ਸੁੱਤਾ ਪਿਆ ਹੀ ਬਾਣੀ ਪੜ੍ਹਦਾ ਹੈ। ਸਤਿਗੁਰਾਂ ਦੇ ਵਚਨ ਲੈ ਲੈਣੇ ਆਨੰਦ ਸਾਹਿਬ ਦੇ, ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਆਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਇਹ ਜਾਗਦਿਆਂ ਦੀ ਬਾਣੀ ਹੈ, ਇਹ ਜਾਗ ਕੇ ਸਾਨੂੰ ਸਮਝ ਆਉਣੀ ਹੈ। ਅਸੀਂ ਸੁੱਤੇ ਪਈ ਇਹਨੂੰ ਪੜ੍ਹਦੇ ਹਾਂ, ਆਪਦੀ ਮਨ ਬੁੱਧੀ ਨੇ ਇਹਨੂੰ ਅਰਥਾਉਂਦੇ ਹਾਂ। ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ, ਅਸੀਂ ਗੁਰਬਾਣੀ ਅਰਥਾ ਲਾਂਗੇ। ਤਾਂ ਤੋਂ ਅੱਜ ਆਪਾਂ ਦੇਖ ਰਹੇ ਹਾਂ ਕੀ ਹਾਲ ਹੋ ਰਿਹਾ। ਸਾਰਾ ਹੀ ਜਿੰਨਾ ਪ੍ਰਚਾਰ ਕਰ ਰਹੇ ਹਾਂ, ਅਸੀਂ ਮਾਇਆ ਨਾਲ ਰਲਾ ਕੇ ਕਰ ਰਹੇ ਹਾਂ, ਆਪਦੀ ਮੱਤ ਦੇ ਨਾਲ। ਇਹ ਗੁਰ ਕੀ ਮੱਤ ਤੁਲੇ ਹੋਏ ਆਣੇ, ਭਗਤੀ ਬਿਨਾ ਵੈ ਡੂਬੇ ਸਿਆਣੇ। ਸੁਖਮਨੀ ਸਾਹਿਬ ਸਤਿਗੁਰਾਂ ਨੇ ਸਮਝਾਇਆ, ਇੱਧਰ ਧਿਆਨ ਹੀ ਨਹੀਂ ਦਿੱਤਾ ਅਸੀਂ। ਇਹ ਗੁਰ ਕੀ ਮੱਤ ਨਾ ਸਾਨੂੰ ਸਾਰੀ ਖੇਲ ਸਮਝ ਆਉਣੀ ਆ। ਉਪਜਿਆ ਸਹਿਜ ਗਿਆਨ ਮਤ ਜਾਗੀ। ਕਿਵੇਂ ਗਿਆਨ ਮਤ ਜਾਗੂਗੀ, ਕਿਵੇਂ ਮਨ ਜਾਗੂਗਾ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਆਣੀ। ਤਿੰਨਾਂ ਗੁਣਾਂ ਦੇ ਵਿੱਚ ਇਹ ਸੰਸਾਰ ਸੁੱਤਾ ਪਿਆ। ਇੱਛਾ ਦਾ ਸਮੁੰਦਰ ਹੈ ਇਹ, ਇਹਦੇ ਵਿੱਚ ਸਾਰਾ ਸੰਸਾਰ ਸੁੱਤਾ ਪਿਆ ਵਾ। ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਗੁਰ ਕਿਰਪਾ ਤੋਂ ਭਾਵ ਗੁਰ ਸ਼ਬਦ ਦੀ ਕਿਰਪਾ ਨਾਲ। ਇਹ ਐਸਾ ਗਿਆਨ ਹੈ, ਇਹਦੇ ਨਾਲ ਆਤਮਾ ਜਾਗ ਜਾਂਦੀ ਹੈ। ਬਾਣੀ ਸਾਨੂੰ ਜਗਾਉਂਦੀ ਹੈ। ਜਾਗ ਲੈ ਮਨਾ ਜਾਗਣ ਹਾਰੇ, 84 ਲੱਖ ਜੂਨ ਪਾਈ ਮਾਨਕ ਕੋ ਦੀ ਵਡਿਆਈ। 84 ਲੱਖ ਜੂਨੀ ਦੇ ਵਿੱਚ ਹਰ ਇੱਕ ਜੂਨੀ ਵਿੱਚ ਆ ਕੇ ਜੀਵ ਸੌਂ ਜਾਂਦਾ ਹੈ। ਸਤਿਗੁਰ ਜਾਗਤਾ ਹੈ ਦਿਓ, ਉਹੀ ਤਾਂ ਰਾਮ ਹੈ, ਉਹੀ ਤਾਂ ਦੇਵ ਹੈ। ਉਹਦਾ ਹੁਣ ਦਰਸ਼ਨ ਕਰਨਾ ਅਸੀਂ। ਉਹ ਸਾਰੀ ਜੂਨੀਆਂ 'ਚ ਜਾਗਦਾ ਹੈ, ਇਹ ਹਰ ਇੱਕ ਜੂਨੀ 'ਚ ਆ ਕੇ ਸੌਂ ਜਾਂਦਾ। ਇੱਥੇ ਆ ਕੇ ਫਿਰ ਸੌਂ ਗਿਆ। ਹੁਣ ਇਹਨੂੰ ਜਗਾਉਣਾ, ਬਾਣੀ ਜਗਾਉਂਦੀ ਹੈ। ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਗੁਰ ਕਿਰਪਾ ਤੋਂ ਭਾਵ ਗੁਰ ਸ਼ਬਦ ਦੀ ਕਮਾਈ, ਗੁਰ ਸ਼ਬਦ ਦਾ ਗਿਆਨ ਇਹ ਲੈਣਾ। ਅਸੀਂ ਆਪਦੀ ਮੱਤ ਨਾਲ ਨਹੀਂ ਇਹ ਸੰਸਾਰ ਅਸੀਂ ਪਾਰ ਕਰ ਸਕਦੇ। ਆਪਦੀ ਮੱਤ ਨਾਲ ਨਹੀਂ ਅਸੀਂ ਰਾਮ ਦੀ ਸ਼ਰਨ ਜਾ ਸਕਦੇ। ਆਪਦੀ ਮੱਤ ਨਾਲ ਤਾਂ ਅਸੀਂ ਕਾਲ ਦੇ ਵਸ ਹੈ। ਜੋ ਦੇਖ ਰਹੇ ਹਾਂ ਅਸੀਂ ਸਾਰਾ, ਜੋ ਉਪਜਿਆ ਸੋ ਬਿਨ ਸਹਿ ਪਰੋ ਆਜ ਕੇ ਕਾਲ। ਇਹ ਸਾਰਾ ਕਾਲ ਦੇ ਵਸ ਹੈ। ਸਗਲ ਕਾਲ ਕਾ ਕੀਆ ਤਮਾਸ਼ਾ। ਇਹ ਤਾਂ ਕਾਲ ਦਾ ਤਮਾਸ਼ਾ ਹੈ, ਤੂੰ ਤਾਂ ਬਚਣਾ ਆਪਾਂ। ਇਹ ਦੁੱਖ ਸਾਗਰ ਹੈ, ਆਪਾਂ ਸੁੱਖ ਸਾਗਰ ਪਹੁੰਚਣਾ। ਸੁੱਖ ਸਾਗਰ ਦਾ ਵਾਸੀ ਹੈ, ਦੁੱਖ ਸਾਗਰ 'ਚ ਆ ਗਿਆ। ਹੁਣ ਦੁੱਖ ਸਾਗਰ 'ਚ ਹੀ ਸੁੱਖ ਭਾਲੀ ਜਾਂਦਾ ਹੈ। ਇਹ ਤਾਂ ਸਾਨੂੰ ਛੱਡਣਾ ਪੈਣਾ, ਫਿਰ ਤਾਂ ਜਾਣ ਨੂੰ ਜੀਅ ਨਹੀਂ ਕਰਦਾ। ਬਾਣੀ ਉਹੀ ਤਾਂ ਤਿਆਰੀ ਕਰਾਉਂਦੀ ਹੈ। ਸਰਜਾਮ ਲਾਗ ਭਵਜਲ ਤਰਨ ਕੇ, ਤਿਆਰੀ ਕਰ ਭਾਈ। ਬਾਣੀ ਤਿਆਰੀ ਕਰਾਉਂਦੀ ਹੈ ਵੀ ਤੈਨੂੰ ਫਿਰ ਝਟਕਾ ਨਹੀਂ ਲੱਗੂਗਾ ਜਾਣ ਵੇਲੇ, ਔਖੀ ਘੜੀ ਨਹੀਂ ਆਊਗੀ। ਇਹ ਔਖੀ ਘੜੀ ਜਿਹੜੀ ਆਪਾਂ ਗਾਉਂਦੇ ਹਾਂ ਮਾਇਆ ਦੀ ਨਹੀਂ ਹੈਗੀ, ਉਹ ਇਹੀ ਤਾਂ ਹੈ ਸੰਸਾਰ ਛੱਡਣ ਦੀ। ਇਹ ਪਹਿਲਾਂ ਆਪਾਂ ਤਿਆਰੀ ਕਰਨੀ ਹੈ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਜਦੋਂ ਮਨ ਬੁੱਧੀ ਨੂੰ ਗਿਆਨ ਹੁੰਦਾ ਹੈ, ਫਿਰ ਉਹਦੇ ਅੰਦਰ ਜਿਹੜੀ ਹੈਗੀ ਚਿੰਤਾ ਪੈਦਾ ਹੁੰਦੀ ਹੈ ਵੀ ਸਾਰਾ ਜੀਵਨ ਅਸੀਂ ਤਾਂ ਐਵੇਂ ਕੱਢਤਾ। ਬੁੱਧੀ ਮਨ ਨੂੰ ਸਮਝਾਉਂਦੀ ਹੈ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਉਹਦਾ ਸੁਭਾਅ ਆ, ਉਹ ਕਿਰਪਾ ਰਹਿਮਤ ਕਰ ਦਿੰਦੀ ਹੈ ਕੁਦਰਤ।
ਜਿਹੜਾ ਉਹਦੀ ਸਰਨ ਚੱਲਿਆ ਜਾਂਦਾ ਵਾ। ਗਰੀਬ ਨਵਾਜ ਗੁਸਈਆਂ ਮੇਰਾ ਮਾਥੇ ਸਤਰ ਤਰੇ, ਜਿਹੜਾ ਨੀਵਾਂ ਹੋ ਜਾਂਦਾ ਉਹਨੂੰ ਨਵਾਜ ਦਿੰਦੀ ਹੈ ਬਾਣੀ। ਨਵਾਜ ਤੋਂ ਭਾਵ ਬਖਸ਼ ਦਿੰਦੀ ਹੈ, ਬਖਸ਼ਿਸ਼ ਹੋ ਜਾਂਦੀ ਹੈ ਉੱਤੇ। ਅਮੁੱਲ ਬਖਸ਼ਿਸ਼, ਮੁੱਲ ਬਖਸ਼ਿਸ਼ ਆਪਾਂ ਲੈਣੀ ਹੈ। ਆਪਾਂ ਤਾਂ ਲੋਕਾਂ ਦੀ ਬਖਸ਼ਿਸ਼ ਕਰਨ ਲੱਗ ਗਏ। ਇਹ ਤਾਂ ਸਾਰਾ ਕੁਛ ਉਹਦਾ ਹੈ ਭਾਈ। ਸਾਰੀ ਸਿਰਜਣਹਾਰ ਕੀ ਉਹਨੇ ਸਾਜੀ ਹੈ ਸਾਰੀ ਸ੍ਰਿਸ਼ਟੀ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿੰਦੇ ਟੋਟ ਨਾ ਆਵੇ ਅਵਨਤ ਭਰੇ ਭੰਡਾਰ। ਜਪਜੀ ਸਾਹਿਬ ਵੀ ਰੋਜ਼ ਪੜ੍ਹਦੇ ਹਾਂ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗੰਤਰ ਖਾਈ ਖਾਈ। ਤਾਂ ਸਦੀਆਂ ਤੋਂ ਸਿਲਸਿਲਾ ਚੱਲਿਆ ਆਉਂਦਾ। ਜਦ ਦੀ ਸ੍ਰਿਸ਼ਟੀ ਸਾਜੀ ਹੈ ਉਹਨੂੰ ਸਾਰਿਆਂ ਨੂੰ ਦੇ ਰਿਹਾ, ਫਿਰ ਵੀ ਅਸੀਂ ਆਪਦੇ ਆਪ ਨੂੰ ਵੱਡਾ ਮੰਨੀ ਬੈਠੇ। ਕਿਉਂ ਮੰਨੀ ਬੈਠੇ ਹਾਂ? ਕੀ ਕਾਰਨ ਹੈ? ਸਾਨੂੰ ਸੱਚ ਦਾ ਗਿਆਨ ਨਹੀਂ ਹੋਇਆ। ਅਸੀਂ ਝੂਠ ਦੇ ਗਿਆਨ ਨਾਲ ਵੱਡਾ ਬਣਨਾ ਚਾਹੁੰਦੇ ਹਾਂ। ਕੂੜ ਨਖੁੱਟੇ ਨਾਨਕਾ ਓੜਕ ਸੱਚ ਸਹੀ, ਸੱਚ ਨਹੀਂ ਰਹਿਣਾ, ਝੂਠ ਦੀ ਸਮਾਪਤੀ ਹੋ ਜਾਣੀ। ਆਓ ਸਾਰੇ ਮਿਲ ਕੇ ਆਪਾਂ ਵੀ ਗੁਰਬਾਣੀ ਨੂੰ ਵਿਚਾਰੀਏ, ਆਪਾਂ ਵੀ ਉਹਦੀ ਸਰਨ ਜਾਈਏ। ਹੁਣ ਆਪਦੀ ਮਾਤਰਾ ਤਾਂ ਉਹਦੀ ਸਰਨ ਅਸੀਂ ਜਾ ਨਹੀਂ ਸਕਦੇ। ਉਹੀ ਤਾਂ ਦੇਵ ਹੈ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇ। ਉਹ ਬੜੀ ਭਾਗਾਂ ਵਾਲੇ ਗੁਰਸਿੱਖ ਨੇ ਜਿਹੜੇ ਗੁਰਬਾਣੀ ਨਾਲ ਜੁੜੇ ਹੋਏ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਨੇ। ਜੇ ਫਿਰ ਵੀ ਅਸੀਂ ਗੁਰ ਕੀ ਮੱਤ ਨਾ ਲਈ, ਫਿਰ ਸਾਡਾ ਜੀਵਨ ਕਿਵੇਂ ਚਲਿਆ ਜਾਊਗਾ? ਉਹੀ ਤਾਂ ਸਤਿਗੁਰ ਸਮਝਾਉਂਦੇ ਨੇ ਭਾਈ। ਫਿਰ ਕਾਲ ਨੇ ਲੈ ਜਾਣਾ। ਆਓ ਜੇ ਸਾਰੇ ਸੁੱਖਾਂ ਦੀ ਪ੍ਰਾਪਤੀ ਕਰਨੀ ਹੈ, ਆਪਾਂ ਰਾਮ ਦੀ ਸਰਨ ਚੱਲੀਏ। ਕਿਵੇਂ ਜਾਣਾ? ਆਪਾਂ ਗੁਰ ਕੀ ਮੱਤ ਨਾ ਜਾਣਾ। ਸਤਿਗੁਰ ਸਮਝਾਉਂਦੇ ਨੇ। ਰਾਗ ਆਸਾ ਸੰਤ ਮਹੱਲਾ ਚੌਥਾ, ਘਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੀਵਨੋਂ ਮੈਂ ਜੀਵਨ ਪਾਇਆ, ਗੁਰਮੁਖ ਪਾਏ ਰਾਮ। ਹਰ ਨਾਮੋ ਹਰ ਨਾਮ ਦੇਵੇ, ਮੇਰੇ ਪ੍ਰਾਣ ਬਸਾਏ ਰਾਮ। ਇਹ ਜੀਵਨ 'ਚ ਰਹਿੰਦਿਆਂ ਹੋਇਆਂ ਆਪਾਂ ਉਹ ਨਿਰਾਕਾਰ ਨਿਰੰਕਾਰ ਕੇ ਦੇਸ ਜਾਏ ਤਾਂ ਸੁੱਖ ਲਹੇ ਮਲ। ਜਿਹੜਾ ਸਾਨੂੰ ਅੱਖਾਂ ਕੰਨਾਂ ਨਾਲ ਦੀਂਦਾ ਨਹੀਂ, ਅਸੀਂ ਉੱਥੇ ਪਹੁੰਚਣਾ ਵਾ। ਇਹ ਜੀਵਨ ਦੀ ਪ੍ਰਾਪਤੀ ਕਰਨੀ ਆ। ਕੌਣ ਕਰਦੇ ਨੇ? ਜਿਹੜੇ ਹਰਨਾਮ ਨਾਲ ਜੁੜਦੇ ਨੇ। ਬਾਣੀ ਹਰ ਕਥਾ ਹੈ, ਹਰ ਦਾ ਦਰਸ਼ਨ ਕਰਾਉਂਦੀ ਹੈ। ਕਬੀਰ ਮੋਹੇ ਮਰਨੇ ਕਾ ਚਾਓ ਹੈ, ਮरूँ ਤੋਂ ਹਰ ਕੇ ਦੁਆਰ। ਆਪਾਂ ਹਰਿਦੁਆਰ ਪਹੁੰਚਣਾ ਵਾ, ਪਰ ਧਿਆਨ ਨਹੀਂ ਜਾਣਾ ਵਾ। ਧਿਆਨ ਕਿਵੇਂ ਜਾਊ? ਜੇ ਕੇਂਦਰ ਹੋਊ, ਜੇ ਮਨ 'ਚ ਟਿਕ ਹੋਣਗੇ। ਦੋਏ ਕਰ ਜੋੜ ਕਰੋ ਅਰਦਾਸ, ਫਿਰ ਇਹਦੀ ਅਰਦਾਸ ਜਿਹੜੀ ਹੈਗੀ ਹੈ ਸੁਣੀ ਜਾਂਦੀ ਹੈ। ਬਿਰਥੀ ਨਾ ਹੋਏ ਜਨ ਕੀ ਅਰਦਾਸ। ਜਦੋਂ ਜਨ ਬਣ ਜਾਂਦਾ, ਜਨ ਤੋਂ ਭਾਵ ਜਾਣਕਾਰ ਹੋ ਜਾਂਦਾ, ਸਮਝ ਲੈਂਦਾ ਸਾਰੀ ਖੇਲ ਨੂੰ ਗੁਰ ਕੀ ਮੱਤ ਨਾਲ, ਵੀ ਸਾਰਾ ਕੁਛ ਤਾਂ ਉਹਦੀ ਕਿਰਪਾ ਨਾਲ ਹੋ ਰਿਹਾ। ਉਸ ਬਸਤਾ ਜਾ ਕੇ ਮਨ ਮੰਨਦਾ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਇੱਥੇ ਕੋਈ ਨਹੀਂ ਮੰਨਦਾ, ਸਾਰੇ ਬੰਨ੍ਹ ਕੇ ਰੱਖੇ ਹੋਏ ਆ ਕੁਦਰਤ ਨੇ। ਉਹ ਅੱਗੇ ਹੈ ਸਾਰਾ ਖੇਲ। ਉਹੀ ਤਾਂ ਬਾਣੀ ਦਿਖਾਉਂਦੀ ਹੈ ਆਪਾਂ ਨੂੰ, ਉਹਦਾ ਦਰਸ਼ਨ ਤਾਂ ਕਰਾਉਂਦੀ ਹੈ। ਹਰ ਦਰਸ਼ਨ ਹੈ ਬਾਣੀ। ਪਰ ਆਪਾਂ ਤਾਈਓ ਕਰਾਂਗੇ ਜੇ ਆਪਣੀ ਮੱਤ ਦਾ ਤਿਆਗ ਕਰਾਂਗੇ। ਇਹੀ ਤਾਂ ਭਗਤੀ ਕਰਨੀ ਸੀ। ਜੈ ਪ੍ਰਸਾਦ ਪਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੇ। ਇਹ ਮਨੁੱਖਾ ਦੇਹੀ ਮਿਲੀ ਸੀ ਭਗਤੀ ਖਾਤਰ, ਨਾਮ ਦੀ ਪ੍ਰਾਪਤੀ ਖਾਤਰ। ਨਾਮ ਦਾ ਦਰਸ਼ਨ ਕਰਨਾ ਬੁੱਧੀ ਨੇ। ਪਰ ਅਸੀਂ ਤਾਂ ਸਾਰਾ ਕੁਛ ਇੱਥੇ ਹੀ ਲਈ ਜਾਂਦੇ। ਉਹ ਸਭ ਅਗਿਆਨਤਾ ਵਾ। ਹਰਨਾਮ ਦੇਵੇ ਮੇਰੇ ਪ੍ਰਾਣ ਬਸਾਏ ਰਾਮ। ਫਿਰ ਆਤਮਾ ਪ੍ਰਾਤਮਾ ਇੱਕ ਹੋ ਜਾਂਦੀਆਂ। ਆਤਮਾ ਮਨ ਬੁੱਧੀ ਰਾਮ ਦੀ ਸਰਨ ਚਲੇ ਜਾਂਦੇ ਨੇ। ਉਹਨੂੰ ਰਾਮ ਕਿਹਾ ਗਿਆ ਬਾਣੀ ਵਿੱਚ, ਉਹਨੂੰ ਹਰੀ ਕਿਹਾ ਗਿਆ, ਉਹਨੂੰ ਹੀ ਗੋਪਾਲ ਕਿਹਾ ਗਿਆ। ਅਨੇਕਾਂ ਨੂੰ ਨਾਮ ਦੇ ਕੇ ਆਪਾਂ ਨੂੰ ਸਮਝਾਇਆ ਗਿਆ ਗੁਰਸਿੱਖਾਂ। ਪਰ ਗੁਰਸਿੱਖ ਤਾਂ ਉਪਦੇਸ਼ ਕਰਦੇ ਨੇ ਗੁਰੂ ਨੂੰ। ਗੁਰਸਿੱਖ ਉਹੀ ਹੈ ਜਿਹੜਾ ਗੁਰ ਸ਼ਬਦ ਕੰਨੀ ਧਿਆਨ ਰੱਖਦਾ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਵੇ ਪਾਰ। ਉਹੀ ਪਾਰ ਨਿਕਲੂਗਾ ਜਿਹੜਾ ਗੁਰੂ ਦੀ ਬਾਣੀ ਨੂੰ ਸੱਤ ਕਰਕੇ ਮੰਨੂਗਾ। ਇਹ ਗੁਰ ਸ਼ਬਦ ਦਾ ਐਸਾ ਗਿਆਨ ਹੈ, ਸਾਨੂੰ ਪਤਾ ਹੀ ਨਹੀਂ ਲੱਗਦਾ। ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ। ਪੂਰੀ ਹੋਈ ਕਰਾਂ ਮਾਤ ਆਪ ਸਿਰਜਣਹਾਰੇ ਤਾਰਿਆ। ਸਤਿਗੁਰਾਂ ਦੇ ਵਚਨ ਲੈ ਲੈਣੇ ਆਸਾ ਦੀ ਵਾਰ ਦੇ ਆਪਾਂ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਗੀਏ ਕਰਤਨ ਲਾਗੀ ਵਾਰ। ਐਸਾ ਗੁਰ ਸ਼ਬਦ ਦਾ ਗਿਆਨ ਹੈ, ਮਨੁੱਖ ਨੂੰ ਦੇਵਤਾ ਬਣਾ ਦਿੰਦੀ ਹੈ। ਸੰਸਕਾਰ ਬਦਲ ਜਾਂਦੇ ਹੈ ਅਤੇ ਸੰਸਾਰ 'ਚ ਉਹਦਾ ਖਹਿੜਾ ਸੁੱਟ ਜਾਂਦਾ ਹੈ। ਦੁੱਖ ਸਾਗਰ 'ਚੋਂ ਇਹ ਸੁੱਖ ਸਾਗਰ ਪਹੁੰਚ ਜਾਂਦਾ ਹੈ। ਰਾਮ ਦੀ ਸਰਨ ਚਲੇ ਜਾਂਦੇ, ਉਹਨੂੰ ਪਤਾ ਹੀ ਨਹੀਂ ਲੱਗਦਾ ਹੈ। ਇਹ ਐਸੀ ਭਗਤੀ ਹੈ ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਦੇ ਨੇ, ਉਹ ਪਾਰ ਨਿਕਲ ਜਾਂਦੇ ਨੇ। ਪਾਰ ਉਹ ਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਗੁਰ ਸ਼ਬਦ ਨੇ ਤਾਂ ਲੰਘਾਉਣਾ ਆਪਾਂ ਨੂੰ। ਗੁਰ ਸ਼ਬਦ ਦਾ ਜਿਹੜਾ ਗਿਆਨ ਆ, ਉਹਦੇ ਨਾਲ ਸਾਡਾ ਮਨ ਟਿਕਣਾ ਵਾ। ਗਿਆਨ ਕਾ ਬੱਧਾ ਮਨ ਰਹੇ। ਜਦ ਤੱਕ ਮਨ ਨਹੀਂ ਟਿਕਦਾ, ਭਗਤੀ ਕਿਵੇਂ ਸ਼ੁਰੂ ਹੋਗੀ? ਹਲ ਤਾਂ ਮਨ ਸੁੱਤਾ ਪਿਆ। ਤੇ ਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਆਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਜਿਹੜੇ ਜਾਗੇ ਨੇ ਉਹੀ ਤਾਂ ਸਮਝਾ ਰਹੇ। ਹੁਣ ਜਿਹਨਾਂ ਅੰਮ੍ਰਿਤ ਵੇਲਾ ਹੋ ਗਿਆ ਉਹੀ ਤਾਂ ਸਮਝਾ ਰਹੇ। ਜਿਹੜੇ ਸੰਸਾਰੀ ਅੰਮ੍ਰਿਤ ਵੇਲੇ ਨੇ, ਜਿਹੜੇ ਧਰਮ ਕਰਮ ਅਸੀਂ ਕਰਦੇ ਹਾਂ ਸਰੀਰ ਕਰਕੇ, ਉਹ ਤਾਂ ਸਾਰੇ ਸਰੀਰ ਦੀਆਂ ਲੋੜਾਂ ਕਰਕੇ ਹੀ ਨੇ। ਉਹ ਸਾਰੀ ਕੁਦਰਤ ਨੇ ਉਹ ਵੀ ਪੈਦਾ ਕੀਤੀਆਂ ਨੇ, ਉਹ ਵੀ ਕਿਰਪਾ ਆਪ ਹੀ ਕਰ ਰਿਹਾ। ਜਿਸ ਧਨ ਤੇ ਚਾਰ ਕੁੰਟ ਉਠਾਵੇ, ਸੋ ਧਨ ਹਰ ਸੇਵਾ ਤੇ ਪਾਵੇ। ਉਹ ਵੀ ਹਰੀ ਦੀ ਕਿਰਪਾ ਨਹੀਂ ਮਿਲਦਾ ਵਾ। ਸੰਸਾਰੀ ਧਨ ਵੀ ਉਹਦੀ ਕਿਰਪਾ ਨਹੀਂ ਮਿਲਦਾ ਵਾ। ਆਓ ਆਪਾਂ ਇਹ ਪ੍ਰਾਪਤੀ ਕਰੀਏ।
ਗੁਰਮਤਿ ਦੀ। ਗੁਰਮਤਿ ਤੋਂ ਭਾਵ ਗਿਆਨ ਮਤ। ਇਹਦੇ ਨਾਲ ਆਪਣੇ ਜੋਤ ਪ੍ਰਗਟ ਹੁੰਦੀ ਹੈ ਸਾਡੇ ਅੰਦਰ। ਕਾਹਦੀ? ਗਿਆਨ ਦੀ। ਪ੍ਰਕਾਸ਼ ਹੋ ਜਾਂਦਾ ਹੈ। ਗੁਰਬਾਣੀ ਇਸ ਜਗ ਮੇਂ ਚਾਨਣ ਕਰਮ ਬਸੇ ਮਨ। ਉਹਦੀ ਕਿਰਪਾ ਨਾਲ ਇਹ ਪ੍ਰਾਪਤੀ ਹੋਣੀ ਹੈ ਸਾਨੂੰ। ਇਹ ਪ੍ਰਕਾਸ਼ ਹੈ, ਚਾਨਣ ਹੈ ਬਾਣੀ। ਹੁਣ ਸਾਡੇ ਅੰਦਰ ਕੀ ਹਨੇਰਾ, ਤਾਈਓ ਤਾਂ ਅਸੀਂ ਇੱਥੇ ਜੁੜੇ ਬੈਠੇ ਹਾਂ। ਸਾਨੂੰ ਕਾਲ ਆ ਜਾਂਦਾ, ਸਾਨੂੰ ਪਤਾ ਹੀ ਨਹੀਂ ਲੱਗਦਾ। ਅੱਗੇ ਸਤਿਗੁਰ ਕੀ ਸਮਝਾਉਂਦੇ? ਹਰ ਹਰ ਨਾਮ ਮੇਰੇ ਪ੍ਰਾਣ ਬਸਾਏ, ਸਭ ਸੰਸਾਰ ਦੁਖ ਗਵਾਇਆ। ਆਦਿਸ਼ਟ ਅਗੋਚਰ ਗੁਰ ਵਚਨ ਧਿਆਇਆ, ਪਵਿੱਤਰ ਪਰਮ ਪਦ ਪਾਇਆ। ਪਵਿੱਤਰ ਤੋਂ ਭਾਵ ਦੇਵਲੋਕ, ਸਹਿਜ ਦੁਨੀਆ, ਰਾਮ ਦੀ ਸਰਨ। ਉੱਥੇ ਤਾਂ ਸਾਡੀ ਭਗਤੀ ਸ਼ੁਰੂ ਹੋਣੀ ਹੈ ਨਾਮ ਦੀ। ਰਾਮ ਤੱਕ ਪਹੁੰਚਣ ਨੂੰ ਸਾਨੂੰ ਉਹਦੀ ਸਰਨ ਜਾਣ ਤੱਕ ਹਰੀ ਦੀ 4 ਅਵਸਥਾ ਨੇ ਆਪਾਂ ਨੂੰ ਸਮਝਾਈਆਂ ਗੁਰੂ ਸਾਹਿਬਾਨਾਂ ਨੇ। ਦਰਸ਼ਨ, ਗਿਆਨ, ਗਿਆਨ ਮਾਰਗ, ਸਾਰੀ ਸਾਨੂੰ ਖੇਲ ਸਮਝ ਆ ਜਾਂਦੀ ਹੈ। ਮਨ ਚੁੱਪ ਕਰ ਜਾਂਦਾ। ਬੁੱਧੀ ਗੁਰ ਸ਼ਬਦ ਦੇ ਗਿਆਨ ਨੂੰ ਪਰਸ ਕੇ ਕਾਲ ਤੋਂ ਛੁਟਕਾਰਾ ਪਾ ਲੈਂਦੀ ਹੈ। ਇਹ ਦੂਈ ਅਵਸਥਾ ਵਾ। ਮੁਕਤੀ ਮਿਲ ਜਾਂਦੀ ਹੈ ਸਾਨੂੰ। ਦਰਸ਼ਨ, ਪਰਸਣ, ਸਰਸਣ, ਤੀਜੀ ਅਵਸਥਾ 'ਚ ਪਹੁੰਚ ਜਾਂਦੇ ਹਾਂ ਅਸੀਂ। ਮਨ ਬੁੱਧੀ ਖੁਸ਼ ਰਹਿੰਦੇ ਨੇ, ਖਿੜੇ ਰਹਿੰਦੇ ਨੇ। ਸਤਿਗੁਰਾਂ ਦੇ ਵਚਨ ਲੈ ਲੈਂਦੇ ਆਪਾਂ। ਨਾਨਕ ਭਗਤਾ ਸਦਾ ਵਿਗਾਸ, ਸੁਣੀਏ ਦੁਖ ਪਾਪ ਕਾ ਨਾਸ। ਇਹ ਵਿਗਾਸ ਮਾਰਗ ਹੈ। ਮਨ ਬੁੱਧੀ ਖਿੜੇ ਰਹਿੰਦੇ ਨੇ, ਖੇੜਾ ਬਣਿਆ ਰਹਿੰਦਾ ਹੈ। ਚਾਅ ਪੈਦਾ ਹੋ ਜਾਂਦਾ ਹੈ, ਚਿੰਤਾ ਖਤਮ ਹੋ ਜਾਂਦੀਆਂ ਨੇ। ਚੌਥੀ ਅਵਸਥਾ 'ਚ ਜਾ ਕੇ ਆਤਮਾ ਪ੍ਰਾਤਮਾ ਦਾ ਦਰਸ਼ਨ ਕਰਦੀ ਹੈ। ਉਹੀ ਤਾਂ ਰਾਮ ਹੈ। ਆਪਨੜੇ ਘਰ ਖੜੀ ਤੱਕਾਂ, ਦੇਖਾਂ ਦਰਸ ਤੁਮਾਰਾ ਰਾਮ। ਬੁੱਧੀ ਦਰਸ਼ਨ ਕਰਦੀ ਹੈ ਆਪਦੇ ਮੂਲ ਦਾ। ਆਤਮਾ ਪ੍ਰਾਤਮਾ ਏਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਉਹੀ ਦੇਵਲੋਕ ਹੈ। ਇਹ ਐਸਾ ਗਿਆਨ ਹੈ ਗੁਰਬਾਣੀ ਦਾ, ਇਹ ਮੋਹ ਦਾ ਜਾਲ ਕੱਟ ਦਿੰਦਾ। ਅਸੀਂ ਆਪਦੀ ਮੱਤ ਨਾਲ ਨਹੀਂ ਕੱਟ ਸਕਦੇ। ਮਨ ਰੇ ਹਉਮੈ ਮੋਹ ਦੁਖ ਭਾਰੀ, ਉਹ ਭਉਜਲ ਜਗਤ ਨ ਜਾਈ ਤਰਣਾ, ਗੁਰਮੁਖ ਤਰ ਹਰ ਤਾਰੀ। ਇਹ ਹਰ ਕਥਾ ਹੈ ਬਾਣੀ, ਆਪਾਂ ਇਹ ਸੁਣਨੀ ਆ। ਇਹਦੇ ਨਾਲ ਹੀ ਜਿਹੜਾ ਮੋਹ ਦਾ ਜਾਲ ਸਾਡਾ ਕੱਟਿਆ ਜਾਣਾ ਹੈ। ਚੌਥੀ ਅਵਸਥਾ ਜਾ ਕੇ ਅਸੀਂ ਰਾਮ ਦੀ ਸਰਨ ਪਹੁੰਚਦੇ ਹਾਂ। ਫਿਰ ਸਾਡੀ ਭਗਤੀ ਸ਼ੁਰੂ ਹੁੰਦੀ ਹੈ। ਉਹੀ ਤਾਂ ਸਹਿਜ ਦੁਨੀਆ ਵਾ, ਉਹੀ ਤਾਂ ਦੇਵਲੋਕ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ? ਅਦਿਸ਼ਟ, ਜੋ ਸਾਡੀ ਅੱਖਾਂ ਦਾ ਵਿਸ਼ਾ ਨਹੀਂ ਸੀਗਾ, ਕੰਨਾਂ ਨਾਲ ਨਹੀਂ ਸੁਣਿਆ ਜਾਂਦਾ ਸੀਗਾ। ਅਗੋਚਰ, ਸਾਡੀ ਮਨ ਬੁੱਧੀ ਦੀ ਪਕੜ ਤੋਂ ਪਰੇ। ਗੁਰ ਬਚਨ ਧਿਆਇਆ, ਪਵਿੱਤਰ ਪਰਮ ਪਦ ਪਾਇਆ। ਗੁਰਬਚਨ, ਗੁਰਬਚਨ ਕੀ ਹੈ? ਬਾਣੀ। ਸਤ ਬਚਨ ਸਾਧੂ ਉਪਦੇਸ਼। ਇਹ 7 ਬਚਨ ਨੇ ਜਿਹੜੇ ਸਤ ਕਰਕੇ ਮੰਨਣਗੇ ਉਹ ਵੀ ਸਤ ਹੋ ਜਾਣਗੇ। ਅਸੀਂ ਬਾਹਰਲੇ ਲੋਕਾਂ ਨੂੰ ਕਹੀ ਜਾਂਦੇ ਹਾਂ ਸਤ ਬਚਨ, ਸਤ ਬਚਨ। 7 ਬਚਨ ਤਾਂ ਬਾਣੀ ਹੈ। ਇਹ ਸਾਧੂ ਦਾ ਉਪਦੇਸ਼ ਹੈ। ਅੰਤਰਾਤਮਾ ਦੀ ਆਵਾਜ਼ ਨੂੰ ਸਾਧੂ ਕਿਹਾ ਹੈ। ਹੁਣ ਮੌਕਾ ਅਸੀਂ ਦਰਸ਼ਨ ਕਰਨਾ ਹੈ। ਉਹੀ ਤਾਂ ਸੰਤ ਹੈ। ਕਰੋ ਬੇਨੰਤੀ ਸੁਣੋ ਮੇਰੀ ਮੀਤਾ, ਸੰਤ ਟਹਿਲ ਕੀ ਵੇਲਾ। ਹੁਣ ਸਮਾਂ ਇਹ ਬੇਨਤੀ ਕਰੋ, ਸਾਡਾ ਹਰ ਨਾਲ ਮਿਲਾਪ ਹੋ ਜੇ, ਸੰਤ ਦਾ ਦਰਸ਼ਨ ਹੋ ਜੇ ਸਾਨੂੰ। ਜਿਹੜੇ ਅਸੀਂ ਸੰਸਾਰੀ ਸੰਤ ਸਮਝਦੇ ਹਾਂ, ਉਹ ਸਰੀਰ ਕਰਕੇ ਅਸੀਂ ਭੇਖ ਮੰਨੀ ਬੈਠੇ ਹਾਂ। ਉਹ ਸਰੀਰ ਦੀਆਂ ਲੋੜਾਂ ਕਰਕੇ ਹੀ ਨੇ। ਬਾਣੀ ਭੇਖ ਤੋਂ ਪਰੇ ਦੀ ਗੱਲ ਕਰਦੀ ਹੈ, ਨਿਰਾਕਾਰ ਦੁਨੀਆ ਦੀ ਗੱਲ ਕਰਦੀ ਹੈ, ਭਾਵ ਆਕਾਰ ਤੋਂ ਰਹਿਤ। ਅਸੀਂ ਸੰਸਾਰੀ ਜੀਵ ਹੈ, ਸਾਨੂੰ ਸੱਚ ਦਾ ਗਿਆਨ ਨਹੀਂ ਹੁੰਦਾ। ਅਸੀਂ ਇੱਥੇ ਹੀ ਪ੍ਰਭਾਵਿਤ ਹੋ ਜਾਂਦੇ ਹਾਂ। ਸਾਨੂੰ ਸਮਾਂ ਆ ਜਾਂਦਾ, ਕਾਲ ਲੈ ਜਾਂਦਾ। ਦੇਖਦੇ ਹੀ ਹਾਂ ਆਪਾਂ ਅੱਜ ਕੀ ਹਾਲ ਹੈ। ਝੂਠ ਦਾ ਜਿਹੜਾ ਹੈਗਾ ਪਸਾਰਾ ਵਾ ਹੈ, ਕੂੜ ਰਾਜਾ ਕੂੜ ਪਰਜਾ, ਉਹ ਸਾਨੂੰ ਦੀਂਦਾ, ਅਸੀਂ ਉਹਦੇ ਨਾਲ ਜੁੜ ਜਾਂਦੇ ਹਾਂ। ਜਦੋਂ ਸਾਡਾ ਸਮਾਂ ਆ ਜਾਂਦਾ, ਜਿਹੜੀ ਮਨੁੱਖਾ ਦੇਹੀ ਮਿਲੀ ਹੈ ਸਾਡੀ, ਐਵੇਂ ਚਲੀ ਜਾਂਦੀ ਹੈ। ਸਾਡਾ ਸੰਸਾਰ 'ਤੇ ਆਉਣਾ ਨਿਸਫਲ ਹੋ ਜਾਂਦਾ। 84 ਲੱਖ ਦੀ ਸਾਨੂੰ ਫਿਰ ਸਜ਼ਾ ਮਿਲਦੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਅਨਹਦ ਧੁਨ ਵਜੇ ਨਿਤ ਬਾਜੇ, ਗਾਈ ਸਤਿਗੁਰ ਬਾਣੀ। ਨਾਨਕ ਦਾਤ ਕਰੀ ਪ੍ਰਭ ਦਾਤੇ, ਜੋਤੀ ਜੋਤ ਸਮਾਣੀ। ਅਨਹਦ ਧੁਨ ਬਾਜੇ, ਨਿਤ ਬਾਜੇ, ਗਾਈ ਸਤਿਗੁਰ ਬਾਣੀ। ਉਹ ਨਾਦ ਦੀ ਗੱਲ ਕਰਦੇ ਸੀ ਜੋਗੀ ਵੀ। ਸਤਿਗੁਰਾਂ ਨੇ ਸਮਝਾਇਆ, ਫਿਰ ਉਹਨਾਂ ਨੂੰ ਸਮਝ ਆ ਗਈ। ਉਹ ਸਮਾਧੀ ਲਾਉਂਦੇ ਸੀ, ਜੋ ਸਾਡੇ ਸਰੀਰ ਦੇ ਵਿੱਚ ਆਵਾਜ਼ਾਂ ਸੀ ਉਹਦੇ ਨਾਲ ਜੁੜ ਜਾਂਦੇ ਸੀ। ਉਹ ਕਹਿੰਦੇ ਸਾਨੂੰ ਪ੍ਰਾਪਤੀ ਹੋ ਗਈ, ਸਾਨੂੰ ਕੁਦਰਤ ਦਾ ਜਿਹੜਾ ਹੁਕਮ ਹੈ ਸਾਡੇ ਅੰਦਰ ਪ੍ਰਗਟ ਹੋ ਗਿਆ, ਸਾਨੂੰ ਸਾਰਾ ਗਿਆਨ ਹੋ ਗਿਆ। ਤਾਂ ਤਾਂ ਕਿੰਨਾ ਝੂਠ ਬੋਲਿਆ ਗਿਆ। ਧਰਤੀ ਬੋਲ 'ਤੇ ਖੜੀ ਹੈ, ਬਹੁਤ ਕੁਛ ਕਿਹਾ ਗਿਆ। ਚਲੋ ਆਪਣਾ ਵਿਸ਼ਾ ਨਹੀਂ ਹੈਗਾ। ਅਸੀਂ ਸੱਚ ਦਾ ਗਿਆਨ ਲੈਣਾ, ਝੂਠ ਦਾ ਛੱਡਣਾ ਵਾ। ਫਾਸਨ ਕੀ ਵਿਦ ਸਭ ਕੋ ਜਾਣੇ, ਛੂਟਣ ਕੀ ਇੱਕੋ ਹੀ। ਉਹ ਬਾਣੀ ਹੈ, ਗੁਰਮਤਿ ਹੈ, ਉਹ ਅਸੀਂ ਲੈਣੀ ਹੈ।
ਇਹ ਸੰਸਾਰ ਸਾਗਰ ਅਸੀਂ ਪਾਰ ਕਰਨਾ ਹੈ ਗੁਰੂ ਦੇ ਪਿੱਛੇ ਲੱਗ ਕੇ। ਸਤਿਗੁਰੂ ਸਮਝਾਉਂਦੇ ਨੇ, ਅਨਹਦ ਧੁਨ ਵਾਜੇ ਨਿਤ ਬਾਜੇ, ਗਾਈ ਸਤਿਗੁਰ ਬਾਣੀ। ਸੱਚ ਦੇ ਗਿਆਨ ਨਾਲ, ਗੁਣ ਗਾਉਣ ਨਾਲ, ਇਹ ਗੋਬਿੰਦ ਦੇ ਗੁਣ ਹੈ, ਬਾਣੀ ਗਾਉਂਦੀ ਹੈ। ਆਪਾਂ ਨੌਵੇਂ ਪਾਤਸ਼ਾਹ ਦੇ ਸਲੋਕ ਲੜੀਵਾਰ ਸ਼ੁਰੂ ਕੀਤੇ ਨੇ। ਪਹਿਲਾ ਸਲੋਕ ਦੇ ਵਿੱਚ ਆਪਾਂ ਸਤਿਗੁਰਾਂ ਨੇ ਸਮਝਾਇਆ ਵਾ, ਗੁਣ ਗੋਬਿੰਦ ਗਾਇਓ ਨੀ ਜਨਮ ਕਾਰਥ ਕੀਨ। ਅਸੀਂ ਗੋਬਿੰਦ ਦੇ ਗੁਣ ਗਾਉਣੇ, ਉਹ ਕੁਦਰਤ ਦੇ ਗਾਉਣੇ, ਜਿਹਨੇ ਸ੍ਰਿਸ਼ਟੀ ਸਾਜੀ, ਅਸੀਂ ਆਪਦੇ ਗੁਣ ਗਵਾਈ ਜਾਂਦੇ। ਜਿਹੜੇ ਗਾਉਂਦੇ ਨੇ ਉਹਦੇ ਗੁਣ, ਉਹਨਾਂ ਦੇ ਅੰਦਰ ਉਹ ਨਾਦ, ਉਹ ਨਾਮ ਜਿਹਦੇ ਨਾਲ ਸ੍ਰਿਸ਼ਟੀ ਸਾਜੀ ਜਾਂਦੀ ਹੈ। ਨਾਮੇ ਹੀ ਉਤਪਤ, ਨਾਮੇ ਹੀ ਪਰਲੋ। ਪਰ ਸਰਨ ਰਾਮ ਦੀ ਜਾਊਗਾ, ਉਹ ਤੋਂ ਬਾਅਦ ਹੀ ਉਹਨੂੰ ਪ੍ਰਾਪਤੀ ਹੋਣੀ ਹੈ, ਫੇਰ ਹੀ ਭਗਤੀ ਸ਼ੁਰੂ ਹੋਈ। ਸਰੀਰ ਦੀ ਅਸੀਂ ਸਮਾਧੀ ਲਾਉਣੇ, ਮਨ ਦੀ ਸਮਾਧੀ ਲਾਉਣੀ ਹੈ। ਮਨ ਨੂੰ ਸੁਣ ਕਰਨਾ ਹੈ, ਮਨ ਨੂੰ ਚੁੱਪ ਕਰਨਾ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਮਨਮੁਖ ਕੀ ਕਰਦੇ ਨੇ। ਮਨਮੁਖ ਮੂਏ ਮੇਰੀ ਕਰ ਮਾਇਆ ਰਾਮ, ਖਿਨ ਆਵੇ ਖਿਨ ਜਾਵੇ, ਦੁਰਗੰਧ ਮੜੇ ਚਿਤ ਲਾਇਆ ਰਾਮ। ਇਹ ਜਿਹੜਾ ਮਾਇਆ ਦਾ ਗਿਆਨ ਅਸੀਂ ਲੈਂਦੇ ਹਾਂ, ਬਾਣੀ ਨੂੰ ਦੁਰਗੰਧ ਕਹਿੰਦੀ ਹੈ। ਕਿਉਂ? ਜਾਣ ਵੇਲੇ ਸਭ ਝੂਠੇ ਹੋ ਜਾਂਦੇ ਨੇ। ਜਗਤ ਮੇਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਉ ਲਾਗੇ, ਕਿਆ ਦਾਰਾ ਕਿਆ ਮੀਤ। ਨੌਵੇਂ ਪਾਤਸ਼ਾਹ ਸਮਝਾਉਂਦੇ ਨੇ, ਜਿਹੜੀ ਸੰਸਾਰ ਦੀ ਪ੍ਰੀਤੀ ਹੈ ਸਾਡੀ, ਇਹ ਝੂਠੀ ਹੋ ਜਾਂਦੀ ਹੈ। ਅਸੀਂ ਪ੍ਰੀਤੀ ਕਿਹਦੇ ਨਾਲ ਪਾਉਣੀ ਹੈ? ਰਾਮ ਨਾਲ, ਆਪਦੇ ਮੂਲ ਨਾਲ ਪਾਉਣੀ ਹੈ। ਉਹੀ ਸਤਿਗੁਰ ਸਮਝਾਉਂਦੇ ਨੇ ਜਾਪ ਸਾਹਿਬ 'ਚ, ਨਮੋ ਪ੍ਰੀਤ ਪ੍ਰੀਤੇ। ਇਹ ਐਸੀ ਪ੍ਰੀਤ ਹੈ, ਵੱਧਦੀ ਚਲੀ ਜਾਂਦੀ ਹੈ। ਜਿਹਦੇ ਨਾਲ ਅਸੀਂ ਪ੍ਰੀਤੀ ਪਾਉਣੀ ਹੈ, ਉਹ ਸਦੀਵੀ ਰਹਿੰਦਾ ਵਾ। ਜੇ ਸੰਸਾਰ ਨਾਲ ਅਸੀਂ ਪ੍ਰੀਤੀ ਪਾਉਂਦੇ ਹਾਂ, ਉਹਨੇ ਹਮੇਸ਼ਾ ਰਹਿਣਾ ਨਹੀਂ, ਉਹ ਝੂਠੀ ਹੋ ਜਾਂਦੀ ਹੈ। ਨਮੋ ਗੀਤ ਗੀਤੇ, ਨਮਸਕਾਰ ਹੈ ਉਹਦੀ ਗੁਰਬਾਣੀ ਨੂੰ, ਉਹਦੇ ਗੀਤ ਗਾਉਣੇ ਆ। ਉਹਦੇ ਗੀਤ ਗਾਉਂਦੇ ਗਾਉਂਦੇ ਹੀ ਜੀਵ ਉਹਦੇ ਵਿੱਚ ਸਮਾ ਜਾਂਦੇ ਨੇ। ਗੁਰ ਸ਼ਬਦ ਸਮਾਵੇ ਅਵਰ ਨਾ ਜਾਣੇ ਜੀਓ। ਜਿਹੜੇ ਗੁਰਸਿੱਖ ਸੰਗਤ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲ ਕੇ ਗੁਰ ਸ਼ਬਦ ਦੀ ਕਮਾਈ ਕਰਦੇ ਨੇ, ਉਹਨਾਂ ਨੂੰ ਇਹ ਪ੍ਰਾਪਤੀ ਹੁੰਦੀ, ਉਹ ਰਾਮ ਦੀ ਸ਼ਰਨ ਜਾਂਦੇ ਨੇ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਮੁਖ ਉਜਲ ਤੋਂ ਭਾਵ ਉਹਨਾਂ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਉਹਨਾਂ ਨੂੰ ਚਾਨਣਾ ਹੋ ਜਾਂਦਾ। ਐਸੇ ਗੁਰਸਿੱਖਾਂ ਨਾਲ ਕਿੰਨੇ ਹੋਰ ਨਿਕਲ ਜਾਂਦੇ ਨੇ। ਕਿ ਸਤਿਗੁਰ ਕੀ ਸਮਝਾਉਂਦੇ ਨੇ, ਮਨਮੁਖ ਮੂਹੇ ਮੇਰੀ ਕਰ ਮਾਇਆ ਰਾਮ, ਮੇਰਿਓ ਕਹਿਤ ਹਿਤ ਸੋ ਵਧਾਇਆ ਚੀਤ। ਅਸੀਂ ਮਾਇਆ ਦਾ ਜਾਲ ਹੋਰ ਕੱਟੀ ਜਾਂਦੇ ਹਾਂ, ਇਕੱਠਾ ਕਰੀ ਜਾਂਦੇ ਹਾਂ। ਇਹ ਤਾਂ ਕੱਟਣਾ ਵਾ ਅਸੀਂ ਗੁਰ ਕੀ ਮੱਤ ਲੈ ਕੇ। ਉਹੀ ਤਾਂ ਔਖੀ ਘੜੀ ਆ, ਮਰਨ ਤੋਂ ਪਹਿਲਾਂ ਸਰੀਰ ਛੱਡਣ ਤੋਂ ਪਹਿਲਾਂ ਅਸੀਂ ਆਪਦੇ ਘਰ ਪਹੁੰਚਣਾ ਵਾ। ਖਿਨ ਆਵੇ ਖਿਨ ਜਾਵੇ, ਦੁਰਗੰਧ ਮੜੇ ਚਿਤ ਲਾਇਆ ਰਾਮ। ਲਾਇਆ ਦੁਰਗੰਧ ਮੜੇ ਚਿਤ ਲਾਗਾ, ਜਿਉਂ ਰੰਗ ਕੁਸੁੰਭ ਦਿਖਾਇਆ। ਇਹ ਸੰਸਾਰ ਕੁਸੁੰਭ ਦੇ ਫੁੱਲ ਵਾਂਗੂ ਭੜਕੀਲਾ, ਇਹ ਜੀਵ ਫਸ ਜਾਂਦਾ ਹੈ। ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਕੁਦਰਤ ਨੇ ਇਹ ਮਾਇਆ ਬਣਾਈ ਹੈ, ਸਾਨੂੰ ਐਂ ਲੱਗਦਾ ਕਿ ਅਸੀਂ ਬਣਾਈ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਅੰਮ੍ਰਿਤ ਵਰਤਾਇਆ। ਲਿਵ ਟੁੱਟ ਜਾਂਦੀ ਹੈ ਜਦੋਂ ਜਨਮ ਤੋਂ ਬਾਅਦ ਜੀਵ ਬਾਹਰ ਆਉਂਦਾ ਹੈ। ਮਾਇਆ ਆਪਦਾ ਖੇਲ ਵਰਤਾ ਦਿੰਦੀ ਹੈ, ਸਾਡੇ ਮਾਇਆ ਦੇ ਰਿਸ਼ਤੇ ਬਣ ਜਾਂਦੇ। ਆਤਮਾ ਪ੍ਰਾਤਮਾ ਨੂੰ ਭੁੱਲ ਜਾਂਦੀ ਹੈ। ਹਰ ਬਿਸਰਤ ਸਦਾ ਖੁਆਰੀ, ਇਹਦੀ ਖੁਆਰੀ ਸ਼ੁਰੂ ਹੋ ਜਾਂਦੀ। ਹਰ ਬਿਸਰ ਤੇਰੇ ਗੁਣ ਗਲਿਆ, ਇਹਦੇ ਗੁਣ ਗਲ ਗਏ। ਨਿਰਭਉ ਹੈ ਨਹੀਂ, ਨਿਰਵੈਰ ਹੈ ਨਹੀਂ, ਕਾਲ ਤੋਂ ਮੁਕਤ ਹੈ ਨਹੀਂ। ਜੂਨੀ ਸਰੀਰ ਨਾਲ ਜੁੜਿਆ ਹੈ, ਫਿਰ ਵੀ ਆਪਦੇ ਆਪ ਨੂੰ ਭਗਤ ਮੰਨੀ ਬੈਠਾ ਹੈ, ਫਿਰ ਵੀ ਸਾਰੀਆਂ ਡਿਗਰੀਆਂ ਪ੍ਰਾਪਤ ਕਰੀ ਬੈਠਾ ਹੈ। ਭੇਖ ਨਾਲ ਹੀ ਸਾਰਾ ਕੁਝ ਪੂਰਾ ਕਰੀ ਬੈਠਾ ਵਾ। ਭੇਖ ਅਨੇਕ ਅਗਨ ਨਹੀਂ ਬੂਝੇ, ਕੋਟ ਉਪਾ ਦਰਗੇ ਨਹੀਂ ਸੀਜੇ। ਇਹ ਭੇਖਾਂ ਨਾਲ, ਸੰਸਾਰੀ ਰੁਤਬਿਆਂ ਨਾਲ ਸਾਡੀ ਤ੍ਰਿਸ਼ਨਾ ਨਹੀਂ ਬੁਝਦੀ ਹੈਗੀ, ਅਗਨੀ ਨਹੀਂ ਬੁਝਦੀ। ਇਹ ਦਰਗਾਹ ਦੀ ਸੋਝੀ ਨਹੀਂ ਆਉਂਦੀ ਜਿੱਥੋਂ ਆਤਮਾ ਟੁੱਟ ਕੇ ਆਈ ਹੈ ਪ੍ਰਾਤਮਾ ਨਾਲ। ਮਨਮੁਖ ਇਹੀ ਕਰਦੇ ਨੇ। ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ। ਅਸੀਂ ਦੁੱਖ ਹੀ ਬੀਜਦੇ ਹਾਂ, ਫਿਰ ਦੁੱਖ ਹੀ ਹੋਣੇ। ਬਾਬਾ ਫਰੀਦ ਜੀ ਦਾ ਆਪਾਂ ਸਲੋਕ ਲੈ ਲੈਂਦੇ ਹਾਂ। ਫਰੀਦਾ ਲੋਹੜੇ ਦਾਖ ਵਿਜੋਰੀਆਂ, ਕਿੱਕਰ ਬੀਜੇ ਜੱਟ। ਕਲਪਨਾ ਦੇ ਕੰਡੇ ਬੀਜ ਕੇ ਅਸੀਂ ਮਿੱਠੇ ਪਦਾਰਥ ਪਾਲਦੇ ਹਾਂ। ਇੱਥੋਂ ਧਰਮੀ ਧਰਮ ਕਰੇ ਗਵਾਵੇ, ਮੰਗੇ ਮੋਖ ਦਵਾਰ। ਧਰਮ ਗਿਆਨ ਲੈਣਾ ਸੀਗਾ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਪੜ ਭਾਗੀ ਪਾਵੇ। ਧਰਮ ਗਿਆਨ ਹੈ ਲੈਣਾ ਸੀ, ਪੌੜੀ ਚੜ੍ਹਨਾ ਸੀਗਾ, ਫੇਰ ਹੀ ਮੋਖ ਦਵਾਰ ਮਿਲਣਾ ਸੀ, ਫੇਰ ਹੀ ਅਸੀਂ ਰਾਮ ਦੀ ਸ਼ਰਨ ਜਾਣਾ ਸੀਗਾ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਖਿਨ ਪੂਰਬ ਖਿਨ ਪੱਛਮ ਛਾਏ, ਜਿਉਂ ਚੱਕ ਘੁਮਿਆਰ ਪਵਾਇਆ। ਦੁੱਖ ਖਾਵੇ
ਦੁੱਖ ਸੱਚੇ ਭੋਗੇ ਦੁੱਖ ਕੀ ਬਿਰਧ ਵਧਾਈ। ਜਿਵੇਂ ਭਾਂਡੇ ਬਣਾਉਣ ਵਾਲਾ ਘੁਮਿਆਰ, ਉਹਦਾ ਚੱਕ ਚੱਲਦਾ ਰਹਿੰਦਾ, ਇਹ ਜੀਵ ਐਵੇਂ ਜੰਮਣ ਮਨ 'ਚ ਘੁੰਮਿਆ ਰਹਿੰਦਾ ਵਾ, ਮਨ ਟਿਕਦਾ ਨਹੀਂ ਹੈਗਾ। ਕਬੀਰ ਮਨ ਪੰਖੀ ਪਿਓ ਦਹਿ ਦੇ ਸੁੱਟ ਜਾਏ। ਅਸੀਂ ਪਾਠ ਭਜਨ ਵੀ ਕਰਦੇ ਹਾਂ, ਹਠ ਯੋਗ ਵੀ ਕਰਦੇ ਹਾਂ, ਪਰ ਮਨ ਤਾਂ ਟਿਕਦਾ ਨਹੀਂ। ਇਹ ਵਿਧੀ ਹੈ ਮਨ ਨੂੰ ਟਿਕਾਉਣ ਦੀ। ਭਾਈ ਜੇ ਤੁਸੀਂ ਇਹ ਪ੍ਰਾਪਤੀ ਕਰਨੀ ਹੈ, ਤੁਹਾਨੂੰ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਣਾ ਪਊ। ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਗੁਰ ਸ਼ਬਦ ਦੇ ਬਿਨਾਂ ਗਿਆਨ ਨਹੀਂ ਹੋਣਾ, ਗੁਰ ਸ਼ਬਦ ਦੇ ਗਿਆਨ ਤੋਂ ਬਿਨਾਂ ਮਨ ਨੇ ਟਿਕਣਾ ਨਹੀਂ। ਮਨ ਟਿਕੇ ਤੋਂ ਬਿਨਾਂ ਸਾਡੀ ਭਗਤੀ ਨਹੀਂ ਸ਼ੁਰੂ ਹੋਣੀ। ਸਾਨੂੰ ਕਾਲ ਨੇ ਨਹੀਂ ਛੱਡਣਾ, ਅਸੀਂ ਰਾਮ ਦੀ ਸ਼ਰਨ ਜਾ ਨਹੀਂ ਸਕਦੇ। ਸਾਡੀ ਜਿਹੜੀ ਮਨੁੱਖਾ ਦੇਹੀ ਮਿਲੀ ਹੈ, ਸਾਨੂੰ ਐਵੇਂ ਸਾਡਾ ਸਮਾਂ ਚਲਿਆ ਜਾਣਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਦੁੱਖ ਖਾਵੇ ਦੁੱਖ ਸੱਚੇ ਭੋਗੇ ਦੁੱਖ ਕੀ ਬਿਰਧ ਵਧਾਈ। ਨਾਨਕ ਬਿਖਮ ਸੁਹੇਲਾ ਤਰਿਆ ਜਾਂ ਆਵੇ ਗੁਰ ਸਰਣਾਈ। ਉਹੀ ਸਤਿਗੁਰ ਸਮਝਾਉਂਦੇ ਨੇ ਭਾਈ, ਇਹ ਜਿਹੜਾ ਸੰਸਾਰ ਹੈ ਇਹ ਬੜਾ ਔਖਾ ਪਾਰ ਕਰਨਾ ਆਪਦੀ ਮੱਤ ਨਾਲ। ਅੱਜ ਤੱਕ ਤਾਂ ਕੋਈ ਪਾਰ ਨਿਕਲਿਆ ਨਹੀਂ। ਗੁਰ ਕੀ ਮੱਤ, ਗੁਰ ਦੀ ਸ਼ਰਨ ਜਾਣਾ। ਅਸੀਂ ਗੁਰ ਸ਼ਰਨ ਤੋਂ ਭਾਵ ਹੈ ਪਹਿਲਾਂ ਸਾਨੂੰ ਗਿਆਨ ਹੋਊਗਾ, ਫਿਰ ਇਹ ਜਿਹੜੀ ਹੈਗੀ ਹੈ ਮਨ ਬੁੱਧੀ, ਫਿਰ ਰਾਮ ਦੀ ਸ਼ਰਨ ਜਾਂਦੇ ਨੇ, ਅੰਦਰ ਚਲੇ ਜਾਂਦੇ ਨੇ। ਉਹੀ 10ਵਾਂ ਦੁਆਰ ਹੈ, ਉਹੀ ਦੇਵ ਲੋਕ ਹੈ। ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ। ਐਸਾ ਗੁਰਦੇਵ ਦਾ ਗਿਆਨ ਹੈ, ਜਿਹੜੀ ਇਹਦੇ ਚੱਲਦੇ ਨੇ ਉਹ ਆਪਦੇ ਘਰ ਪਹੁੰਚ ਜਾਂਦੇ ਨੇ। ਉਹਨਾਂ ਦਾ ਮਨੁੱਖਾ ਜੀਵਨ ਸੰਸਾਰ 'ਤੇ ਆਉਣਾ ਸਫਲ ਹੋ ਜਾਂਦਾ। ਆਓ ਸਾਰੇ ਆਪਾਂ ਮਿਲ ਕੇ ਗੁਰਬਾਣੀ ਨੂੰ ਵਿਚਾਰੀਏ, ਅਸੀਂ ਵੀ ਰਾਮ ਦੀ ਸ਼ਰਨ ਜਾਈਏ, ਸਾਨੂੰ ਵੀ ਇਹ ਪ੍ਰਾਪਤੀ ਹੋਵੇ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।